ਰਿਦ ਕਰ ਪਰਗਾਸ, ਰਿਦ ਕਰ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਰਥ, ਉਚਾਰਨ, ਵਿਸ਼ਰਾਮ, ਪ੍ਰਮਾਣਾ ਸਹਿਤ ਸਰਵਣ ਕਰ ਰਹੇ ਹਾਂ। We are listening to Japji Sahib Path with meaning, pronunciation, punctuation and examples. ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਤੱਕ ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 32 ਪੌੜੀਆਂ ਦੇ ਅਰਥ, ਵਿਸ਼ਰਾਮ, ਉਚਾਰਨ, ਸਰਵਣ ਕੀਤੇ ਆ। 32 ਪੌੜੀਆਂ ਮੀਨਸ 32 ਪੌੜੀਜ਼, 32 ਪੌੜੀਜ਼। ਹੁਣ ਆਪਾਂ ਅੱਗੇ 33ਵੀਂ ਪੌੜੀ ਦੇ ਹੁਣ ਅਰਥ, ਉਚਾਰਨ ਤੇ ਵਿਸ਼ਰਾਮ ਸਰਵਣ ਕਰਦੇ ਹਾਂ। ਵਿਦਵਾਨ ਪੁਰਸ਼ਾਂ ਨੇ ਗੁਰਬਾਣੀ ਨੂੰ ਸਮਝਣ ਵਾਸਤੇ, ਗੁਰਬਾਣੀ ਦੇ ਸਹੀ ਉਚਾਰਨ ਵਾਸਤੇ 3 ਤਰ੍ਹਾਂ ਦੇ ਵਿਸ਼ਰਾਮ ਮੰਨੇ ਆ। ਅਲਪ ਵਿਸ਼ਰਾਮ, ਅਰਧ ਵਿਸ਼ਰਾਮ, ਪੂਰਨ ਵਿਸ਼ਰਾਮ। ਅਲਪ ਵਿਸ਼ਰਾਮ means a short pause, and ardha vishram means a slightly longer pause than alpa vishram, and purna vishram means a full stop, ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਲਰੇਡੀ ਪਹਿਲਾਂ ਤੋਂ ਹਰ ਪੰਕਤੀ ਦੇ ਐਂਡ ਤੇ 2 ਡੰਡੀਆਂ ਨਾਲ ਲੱਗੇ ਆ, ਉਹਨੂੰ ਪੂਰਨ ਵਿਸ਼ਰਾਮ ਕਹਿੰਦੇ ਆ। ਬਾਕੀ ਅਲਪ ਵਿਸ਼ਰਾਮ ਤੇ ਇੱਕ ਕੋਮਾ ਲੱਗਿਆ ਹੁੰਦਾ ਹੈ। ਅਰਧ ਵਿਸ਼ਰਾਮ ਦੇ ਉੱਪਰ ਇੱਕ ਡਾਟ ਐਂਡ ਨੀਚੇ ਕੋਮਾ। ਮਤਲਬ ਅਲਪ ਵਿਸ਼ਰਾਮ ਦਾ ਮਤਲਬ ਹੁੰਦਾ ਥੋੜਾ ਰੁਕਣਾ, ਥੋੜਾ ਜਿਹਾ ਰੁਕਣਾ, ਐਂਡ ਅਰਧ ਵਿਸ਼ਰਾਮ ਦਾ ਹੁੰਦਾ ਹੈ ਥੋੜਾ ਜਿਹਾ ਜ਼ਿਆਦਾ ਰੁਕਣਾ, ਪਹਿਲੇ ਵਾਲੇ ਨਾਲੋਂ ਥੋੜਾ ਜ਼ਿਆਦਾ ਰੁਕਣਾ। ਸੋ ਗੁਰਬਾਣੀ ਦੇ ਜੋ ਅਸੀਂ ਮੀਨਿੰਗ, ਅਰਥ ਕਰ ਰਹੇ ਹਾਂ, ਉਹ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਦੇ ਅਨੁਸਾਰ, ਫਰੀਦਕੋਟ ਵਾਲੇ ਟੀਕੇ ਦੇ ਅਨੁਸਾਰ, ਸੰਤ ਕਿਰਪਾਲ ਸਿੰਘ ਜੀ ਦੀ ਲਿਖਤ ਅਮੀਰ ਭੰਡਾਰ ਦੇ ਅਨੁਸਾਰ, ਇਸ ਦੇ ਨਾਲ ਹੀ ਭਾਈ ਵੀਰ ਸਿੰਘ ਜੀ ਦੇ ਗੁਰੂ ਗ੍ਰੰਥ ਸਾਹਿਬ ਕੋਸ਼ ਦੇ ਅਨੁਸਾਰ, ਗੁਰਬਾਣੀ ਐਕਸਪਲੋਰਰ ਈਸ਼ਰ ਮਾਈਕਰੋਮੀਡੀਆ, ਗੁਰਬਾਣੀ ਐਕਸਪਲੋਰਰ ਈਸ਼ਰ ਮਾਈਕਰੋਮੀਡੀਆ ਇੱਕ ਐਪ ਹੈ। ਇਸ ਦੇ ਅਨੁਸਾਰ ਤੇ ਹੋਰ ਵੀ ਸੰਤਾਂ, ਮਹਾਂਪੁਰਖਾਂ, ਸੁਲਝੇ ਹੋਏ ਵਿਦਵਾਨਾਂ ਦੇ ਵਿਚਾਰਾਂ ਨੂੰ ਪੜ੍ਹ ਸੁਣ ਕੇ, ਵਿਚਾਰ ਕੇ, ਫਿਰ ਸਾਰੇ ਅਰਥਾਂ ਨੂੰ ਚੰਗੀ ਤਰ੍ਹਾਂ ਵਿਚਾਰ ਕੇ, ਫਿਰ ਸ਼ਾਰਟ ਦੇ ਵਿੱਚ ਉਹਨਾਂ ਨੂੰ ਆਪਾਂ ਲਿਖਿਆ। ਸੋ ਹੁਣ ਤੱਕ 32 ਪੌੜੀਆਂ ਪੜ੍ਹੀਆਂ ਹਨ। ਆਪਾਂ 33ਵੀਂ ਪੌੜੀ ਪੜ੍ਹਦੇ ਹਾਂ। ਜਿਹੜੀ ਪੌੜੀ ਆਪਾਂ 32ਵੀਂ ਪੌੜੀ ਸੀ, ਉਸ ਦਾ ਨਾਮ ਸੀ ਸ਼ੁਭ ਇੱਛਾ। ਵਿਦਵਾਨ ਪੁਰਸ਼ਾਂ ਨੇ ਉਸ ਪੌੜੀ ਦਾ, 32ਵੀਂ ਪੌੜੀ ਦਾ ਨਾਮ ਰੱਖਿਆ ਸ਼ੁਭ ਇੱਛਾ, ਜਾਂ ਸ਼ੁਭ ਕਾਮਨਾ ਕਹਿ ਲਓ। ਕਾਮਨਾ, ਇੱਛਾ ਦੋਵੇਂ ਸੇਮ ਮੀਨਿੰਗ ਹੈ। ਤੋ ਸ਼ੁਭ ਇੱਛਾ ਕੀ ਵੀ ਉਸ ਪੌੜੀ ਦੇ ਵਿੱਚ 32ਵੀਂ ਪੌੜੀ ਵਿੱਚ ਜਗਿਆਸੂ ਨੇ ਆਪਣੇ ਮਨ ਦੇ ਵਿੱਚ ਇੱਕ ਇੱਛਾ ਪੈਦਾ ਕੀਤੀ, ਸ਼ੁਭ, ਚੰਗੀ ਇੱਛਾ ਪੈਦਾ ਕੀਤੀ। ਚੰਗਾ ਵਿਚਾਰ ਆਇਆ ਉਹਦੇ ਮਨ ਵਿੱਚ ਕਿ ਨਾਮ ਜਪਦਿਆਂ ਜਪਦਿਆਂ ਜੇ ਮੇਰੇ ਹੁਣ ਇੱਕ ਜੀਵ ਹੈ, ਜੇ ਮੇਰੇ 1 ਲੱਖ ਜੀਵ ਹੋ ਜੇ ਤਾਂ ਮੈਂ ਬਹੁਤ ਨਾਮ ਜਪ ਲਿਆ ਕਰਾਂ। 20 ਲੱਖ ਜੀਵ ਹੋ ਜਾਣ ਤਾਂ ਹੋਰ ਜ਼ਿਆਦਾ ਨਾਮ ਜਪ ਲਿਆ ਕਰਾਂ। ਇਸ ਤਰ੍ਹਾਂ ਮਨ ਦੇ ਵਿੱਚ ਜਿਹੜਾ ਸ਼ੁਭ ਖਿਆਲ ਆਉਣਾ, ਚੰਗਾ ਖਿਆਲ ਆਉਣਾ ਰੱਬ ਵਾਸਤੇ, ਉਹਨੂੰ ਸ਼ੁਭ ਇੱਛਾ ਕਹਿੰਦੇ ਆਪਾਂ। ਸੋ ਇਸ ਪੌੜੀ ਵਿੱਚ ਇਹੋ ਹੀ ਦੱਸਿਆ ਗਿਆ 32ਵੀਂ ਪੌੜੀ ਵਿੱਚ। ਹੁਣ ਜਿਹੜੀ ਆਪਾਂ 33ਵੀਂ ਪੌੜੀ ਦੇ ਅਰਥ ਕਰਦੇ ਹਾਂ,
अर्थ उच्चारण ते विश्राम करते हैं। इस 33वीं पौड़ी का नाम विद्वान पुरुषों ने शुभ चारना लिखिया। शुभ चारना, इस 33वीं पौड़ी नूं विद्वान पुरुषों ने शुभ चारना आख्या है। चारना मीन्स उचारना, बोलना, कीर्ति गाउणी जां कीर्ति गाउण वाला, चरना दा प्रेमी। चारना मीन्स आचरण, जीवन विच भला व्यवहार करने वाला। शुभ चारना, जीवन दे विच भला व्यवहार करना अते वाहिगुरू नूं ही सारी ताकत दा मालक जान के उस दी वडियाई करनी। ते इस पौड़ी दे विच 33वीं पौड़ी विच इहो ही कुछ गुरु साहब जी ने दर्शाया। इस करके इस 33वीं पौड़ी का नाम विद्वान पुरुषों ने शुभ चारना लिखा है। इस 33वीं पौड़ी विच गुरु जी बचन करते हैं कि जीव अपने जोर ते बल नाल, जीव अपने जोर ते बल ताकत नाल परमात्मा कोलों अते इस संसार विचों कुछ भी प्राप्त नहीं कर सकता। जीव नूं जो भी वाहिगुरू कोलों मिलता है वो निमरता धारण करके ते बेनतियां करन नाल ही मिलता है। इस नूं शुभ चारना कहते हैं। शुभ चारना का अर्थ है शुभ व्यवहार, भला व्यवहार। ये शुभ चारना की पहली अवस्था है। पहला आपां सेवक की शुभ इच्छा अवस्था पढ़ी सी, जिहड़ी सेवक दे विच पहली अवस्था आउंदी है। पहली अवस्था जिहड़ी साडे बाणी पढ़द्यां पढ़द्यां आउंदी है वो ये हुंदी है कि नाम जपदे जपदे मन दे विच चंगे ख्याल होने। सो आपां पहली पौड़ी दे विच जो पढ़िया है सेवक की शुभ इच्छा, यानी उहदी अवस्था पढ़ी सी। हुण आपां शुभ चारना अवस्था पढ़ांगे। शुभ चारना का मतलब है भला विहार, अपने आप नूं निमाणा जानना अते वाहिगुरू नूं ही सारी ताकत का मालक जानना। इस तरह मनुख दे विच साडे विच सेवक विच नाम जपद्यां जपद्यां शुभ इच्छा आउंदी है चंगे कर्म करन दी। फिर हौली हौली होर उहदा लैवल होर उच्चा हो जाता है, उहदी अवस्था होर वड्डी हो जाती, उच्ची हो जाती है। फिर वो वाहिगुरू नूं सारी ताकत का मालक मनन लग जाता है। जिवें इस 33वीं पौड़ी दे विच गुरु नानक देव जी महाराज जी बचन करते हैं। आखण जोर चुप्पै नह जोर। इस तरह इस पौड़ी इस पंक्ति दे विच इक्को ही विश्राम है। आखण जोर विश्राम, चुप्पै नह जोर। इस तरह बोलना आपां इहनूं। उचारण ठीक हुंदा तकरीबन, पर कई बारी असीं सुणदे हां चुप्पे नहीं जोर, चुप्पै न जोर, चुप्पै न जोर। न बोलदे आपां हाहे नूं नहीं बोलदे, ते पप्पे नूं दो लावां लगियां उहनूं चुप्पे बोलदे ने, चुप्पे। पप्पे नूं दो लावां लगियां, चच्चे औंकड़ पप्पे दो लावां चुप्पै, चुप्पै ऐ। फिर नन्ना हारा, नन्ना हाहा नह, नन्ना हाहा नह। इस तरह बोलना। सो जिहड़े आपां विश्राम दस रहे हैं ये थोड़ा थोड़ा रुकना हुंदा इन्हां दे उपर, ज़्यादा लॉन्ग साउंड नहीं देनी हुंदी। ਤਾਂ ਇਹ ਰੁਕਣ ਵਾਸਤੇ ਦੱਸਿਆ ਕਿ ਵਿਸ਼ਰਾਮ ਲਾਏ ਕਿ ਵੀ ਇੱਥੇ ਥੋੜ੍ਹਾ ਜਿਹਾ ਰੁਕਣਾ, ਇੱਥੇ ਥੋੜ੍ਹਾ ਜਿਹਾ ਜ਼ਿਆਦਾ ਰੁਕਣਾ, ਬਟ ਜ਼ਿਆਦਾ ਨਹੀਂ, ਜ਼ਿਆਦਾ ਲੌਂਗ ਸਾਊਂਡ ਨਹੀਂ ਦੇਣੀ ਆਪਾਂ। ਇਸ ਤਰ੍ਹਾਂ ਬੋਲਣਾ ਆਖਣ ਜ਼ੋਰ ਚੁਪਹਿਨੈ ਜ਼ੋਰ। ਇਸ ਤਰ੍ਹਾਂ ਆਖਣ ਜ਼ੋਰ ਚੁਪਹਿਨੈ ਜ਼ੋਰ, ਆਖਣ ਜ਼ੋਰ ਚੁਪਹਿਨੈ ਜ਼ੋਰ। ਇਸ ਤਰ੍ਹਾਂ ਇਸ ਪੰਕਤੀ ਦਾ ਅਰਥ ਹੈ, हे ਵਾਹਿਗੁਰੂ ਜੀ, मेरे विच कुछ कहण दी ताकत नहीं है।
ਜ਼ੋਰ ਦਾ ਮਤਲਬ ਹੋ ਗਿਆ ਤਾਕਤ। ਆਖਣਾ, ਆਖਣ ਦਾ ਅਰਥ ਹੋ ਗਿਆ ਕਹਿਣਾ ਜਾਂ ਬੋਲਣਾ। ਮੇਰੇ ਵਿੱਚ ਕੁਝ ਕਹਿਣ ਜਾਂ ਬੋਲਣ ਦੀ ਤਾਕਤ ਨਹੀਂ ਹੈ ਅਤੇ ਨਾ ਹੀ ਮੇਰੇ ਵਿੱਚ ਚੁੱਪ ਰਹਿਣ ਦੀ ਤਾਕਤ ਹੈ। ਮੈਂ ਚੁੱਪ ਵੀ ਨਹੀਂ ਰਹਿ ਸਕਦਾ। ਚੁੱਪੈ ਨਹਿ ਜ਼ੋਰ। ਜ਼ੋਰ ਮਤਲਬ ਹੋ ਗਿਆ ਤਾਕਤ, ਹਿੰਮਤ। ਚੁੱਪੈ ਦਾ ਮਤਲਬ ਚੁੱਪ ਹੋ ਜਾਣਾ, ਨਹਿ ਦਾ ਮਤਲਬ ਨਹੀਂ। ਗੁਰੂ ਜੀ ਕਹਿੰਦੇ ਕਿ ਮੇਰੇ ਵਿੱਚ ਚੁੱਪ ਰਹਿਣ ਦੀ ਵੀ ਤਾਕਤ ਨਹੀਂ ਹੈ। ਤੇਰੇ ਨਾਮ ਦਾ ਰਸ ਹੀ ਇੰਨਾ ਮੈਨੂੰ ਆਇਆ ਕਿ ਮੈਂ ਚੁੱਪ ਨਹੀਂ ਰਹਿ ਸਕਦਾ। ਹੁਣ ਮੈਂ ਲੋਕਾਂ ਨੂੰ ਦੱਸਣਾ ਚਾਹਣਾ, ਮੇਰੇ ਮੂੰਹ ਚੋਂ ਆਪਣੇ ਆਪ ਹੀ ਨਿਕਲ ਰਿਹਾ। ਤਾਂ ਜਿਸ ਤਰ੍ਹਾਂ ਭਾਈ ਮੱਖਣ ਸ਼ਾਹ ਲੁਬਾਣਾ ਨੂੰ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ, ਜਦੋਂ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਭਾਲ ਕੀਤੀ, 5 ਮੋਹਰਾਂ ਰੱਖ ਕੇ ਮੱਥਾ ਟੇਕਿਆ, ਤੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਭਾਈ ਜਦੋਂ ਤੇਰਾ ਜਹਾਜ਼ ਡੁੱਬ ਰਿਹਾ ਸੀ ਉਦੋਂ ਤਾਂ ਤੂੰ 101 ਸੋਨੇ ਦੀ ਮੋਹਰ ਗੁਰੂ ਘਰ ਨੂੰ ਦੇਣੀ ਮੰਨੀ ਸੀ, ਹੁਣ ਤੂੰ 5 ਮੋਹਰਾਂ ਹੀ ਮੱਥਾ ਟੇਕ ਕੇ ਤੇ ਉਹਦਾ ਕੰਮ ਨਿਬੇੜਤਾ। ਕਿਉਂਕਿ 5 ਮੋਹਰਾਂ ਮੱਖਣ ਸ਼ਾਹ ਲੁਬਾਣੇ ਨੇ ਤਾਂ ਟੇਕੀਆਂ ਸੀ ਕਿ ਬਾਹਰ ਮੇਨ ਡੋਰ ਦੇ ਉੱਪਰ ਹੋਰ ਵੀ 21 ਟੈਂਪਰੇਰੀ ਨਕਲੀ ਗੁਰੂ ਬੈਠੇ ਸਨ, ਤੇ ਇਸ ਕਰਕੇ ਉਹ ਥੋੜਾ ਜਿਹਾ ਕਨਫਿਊਜ਼ ਹੋ ਗਿਆ ਸੀ। ਉਸਨੇ 5 ਮੋਹਰਾਂ ਸਾਰਿਆਂ ਅੱਗੇ ਮੱਥਾ ਟੇਕੀਆਂ ਤੇ ਪਰਖ ਕੀਤੀ ਵੀ ਜਿਹੜਾ ਸੱਚਾ ਗੁਰੂ ਹੋਊਗਾ ਉਹ ਆਪਣੇ ਆਪ ਹੀ ਆਪਦੀ ਜਿਹੜੀ ਮੰਗ ਹੈਗੀ ਉਹ ਮੰਗ ਲੂਗਾ। ਜੋ ਮੈਂ ਮੰਨਿਆ ਸੀ ਉਹ ਆਪਣੇ ਆਪ ਮੇਰੇ ਕੋਲੋਂ ਮੰਗੂ। ਪਰ ਕਿਸੇ ਨੇ ਵੀ ਨਾ ਮੰਗੀਆਂ, ਸਾਰਿਆਂ ਨੇ 5 ਮੋਹਰਾਂ ਚੁੱਕ ਕੇ ਜੇਬ 'ਚ ਪਾ ਲਈਆਂ। ਲਾਲਚੀ ਸਨ ਜੋ। ਗੁਰੂ ਤੇਗ ਬਹਾਦਰ ਜੀ ਨੂੰ ਜਦੋਂ 5 ਮੋਹਰਾਂ ਰੱਖੀਆਂ, ਗੁਰੂ ਤੇਗ ਬਹਾਦਰ ਜੀ ਨੇ ਕਹਿਤਾ, ਕਹਿੰਦੇ ਭਾਈ ਜਹਾਜ਼ ਜਦੋਂ ਤੇਰਾ ਡੁੱਬ ਰਿਹਾ ਸੀ ਸਮੁੰਦਰ ਦੇ ਵਿੱਚ, ਉਦੋਂ ਤੂੰ 101 ਮੋਹਰ ਮੰਨੀ ਸੀ, ਹੁਣ 5 ਦੇਈ ਜਾਣਾ। ਉਹਨੂੰ ਪਤਾ ਲੱਗ ਗਿਆ ਵੀ ਇਹੋ ਹੀ ਅਸਲੀ ਗੁਰੂ ਹੈ। ਪਰ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ, ਦੇਖ ਭਾਈ ਮੱਖਣ ਸ਼ਾਹ, ਅਸੀਂ ਇੱਥੇ ਭਗਤੀ ਤੇ ਧਿਆਨ ਦੇ ਵਿੱਚ ਬੈਠੇ ਹੋਏ ਹਾਂ, ਪਰਮੇਸ਼ਰ ਦੀ ਰਜ਼ਾ ਦੇ ਵਿੱਚ ਬੈਠੇ ਹੋਏ ਹਾਂ, ਤੇ ਹੁਣ ਤੂੰ ਬਾਹਰ ਜਾ ਕੇ ਰੌਲਾ ਨਾ ਪਾਈ, ਅਸੀਂ ਇਸੇ ਤਰ੍ਹਾਂ ਬੈਠਣਾ ਚਾਹੁੰਦੇ ਹਾਂ। ਪਰ ਭਾਈ ਮੱਖਣ ਸ਼ਾਹ ਲੁਬਾਣਾ ਨੇ ਬਾਹਰ ਜਾ ਕੇ ਕੋਠੇ ਦੇ ਉੱਪਰ ਚੜ੍ਹ ਕੇ ਰੌਲਾ ਪਾਤਾ, ਗਲ ਵਿੱਚ ਢੋਲਕੀ ਪਾ ਕੇ, ਢੋਲਕੀ ਖੜਕਾ ਕੇ ਲੋਕਾਂ ਦਾ ਧਿਆਨ ਆਪਦੇ ਵੱਲ ਖਿੱਚਿਆ, ਤੇ ਫਿਰ ਉਸਨੇ ਉੱਚੀ ਕਿਹਾ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਜਾਣੀ ਮੈਨੂੰ ਗੁਰੂ ਮਿਲ ਗਿਆ, ਅਸਲੀ ਗੁਰੂ ਮਿਲ ਗਿਆ। ਐ ਹੁੰਦਾ ਜਦੋਂ ਅੰਦਰ ਦਾ ਆਨੰਦ ਹੋਵੇ ਨਾ ਬੰਦੇ ਦੇ ਅੰਦਰ ਦੀ ਖੁਸ਼ੀ ਹੋ ਜੇ, ਜਦੋਂ ਨਾਮ ਦੇ ਰੰਗ ਦੀ ਜਿਹੜੀ ਖੁਸ਼ੀ ਮਿਲਦੀ, ਸੱਚ ਦੀ ਜਿਹੜੀ ਖੁਸ਼ੀ ਅੰਦਰ ਹੁੰਦੀ ਆ, ਫਿਰ ਉਹਦੇ ਨਾਲ ਬੰਦੇ ਤੋਂ ਚੁੱਪ ਨਹੀਂ ਰਿਹਾ ਜਾਂਦਾ। ਉਹਦੇ ਅੰਦਰ ਚੁੱਪ ਰਹਿਣ ਦੀ ਤਾਕਤ ਨਹੀਂ ਹੁੰਦੀ ਕਿ ਮੈਂ ਚੁੱਪ ਰਹਿ ਜਾ, ਕਿਉਂਕਿ ਉਹ ਸੱਚ ਬੋਲਣਾ ਚਾਹੁੰਦਾ ਹੈ, ਲੋਕਾਂ ਨੂੰ ਵੀ ਦੱਸਣਾ ਚਾਹੁੰਦਾ ਹੁੰਦਾ ਹੈ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਵਾਹਿਗੁਰੂ, ਨਾ ਤਾਂ ਮੇਰੇ ਕੋਲੋਂ ਮੇਰੇ ਵਿੱਚ ਕੁਝ ਬੋਲਣ ਦੀ ਤਾਕਤ ਹੈ, ਤੇਰੇ ਪ੍ਰਥਾਏ ਇੰਨਾ ਕੁਛ ਬੋਲਦਿਆਂ ਵੀ ਜਿਸ ਨੂੰ ਮੈਂ ਕਹਿਦਾ ਇਹ ਐਂਡ ਹੈ, ਅਤੇ ਨਾ ਹੀ ਮੇਰੇ ਦੇ ਵਿੱਚ ਚੁੱਪ ਰਹਿਣ ਦੀ ਤਾਕਤ ਹੈ ਕਿ ਮੈਂ ਚੁੱਪ ਕਰ ਜਾਵਾਂ। ਜੋ ਮੈਨੂੰ ਆਨੰਦ ਤੇ ਸਵਾਦ ਆ ਰਿਹਾ, ਜਿਹੜੀ ਖੁਸ਼ੀ ਮੈਨੂੰ ਮਿਲੀ ਹੈ, ਮੈਥੋਂ ਚੁੱਪ ਨਹੀਂ ਰਹਿ ਜਾਂਦਾ। ਮੈਂ ਚਾਹੁੰਦਾ ਕਿ ਸਭ ਨੂੰ ਇਹ ਆਨੰਦ ਤੇ ਖੁਸ਼ੀ ਮਿਲੇ। ਆਖਣ ਜ਼ੋਰ, ਚੁੱਪੈ ਨਹਿ ਜ਼ੋਰ। ਕਈ ਵਾਰ ਮਨੁੱਖ ਸੱਚ ਕਹਿਣਾ ਚਾਹੁੰਦਾ ਹੁੰਦਾ ਪਰ ਕਹਿ ਨਹੀਂ ਸਕਦਾ। ਆਖਣ ਜ਼ੋਰ। ਕਈ ਵਾਰ ਮਨੁੱਖ ਸੱਚ ਕਹਿਣਾ ਚਾਹੁੰਦਾ ਹੁੰਦਾ ਪਰ ਕਹਿ ਨਹੀਂ ਸਕਦਾ। ਚੁੱਪੈ ਨਹਿ ਜ਼ੋਰ। ਇਸ ਦਾ ਦੂਜਾ ਅਰਥ ਇਸ ਤਰ੍ਹਾਂ ਬਣੂ ਕਿ ਕਈ ਵਾਰ ਮਨੁੱਖ ਝੂਠ ਛੁਪਾਉਣ ਵਾਸਤੇ ਚੁੱਪ ਰਹਿਣਾ ਚਾਹੁੰਦਾ ਹੁੰਦਾ ਪਰ ਚੁੱਪ ਨਹੀਂ ਰਹਿ ਸਕਦੇ, ਹੈ ਨਾ। ਪਹਿਲਾ ਅਰਥ ਕੀਤਾ ਸੀ ਆਪਾਂ ਕਿ ਕੋਈ ਚੁੱਪ, ਹੇ ਵਾਹਿਗੁਰੂ ਮੈਂ ਚੁੱਪ ਨਹੀਂ ਰਹਿਣਾ ਚਾਹੁੰਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਨ ਹੈ, ਮੈਂ ਇੱਥੇ ਚੁੱਪ ਨਹੀਂ ਰਹਿ ਜਾਂਦਾ, ਮੇਰੇ ਕੋਲ ਜ਼ੋਰ ਨਹੀਂ, ਤਾਕਤ ਨਹੀਂ ਹੈ, ਮੈਂ ਬੋਲ ਵੀ ਨਹੀਂ ਸਕਦਾ। ਦੂਜਾ ਅਰਥ ਹੋ ਗਿਆ ਵੀ ਕਈ ਮਨੁੱਖ ਸੱਚ ਕਹਿਣਾ ਚਾਹੁੰਦੇ ਹੁੰਦੇ ਹਨ ਪਰ ਉਹ ਸੱਚ ਕਹਿ ਨਹੀਂ ਸਕਦੇ। ਆਖਣ ਜ਼ੋਰ ਦਾ ਮਤਲਬ। ਚੁੱਪੈ ਨਾ ਜ਼ੋਰ ਦਾ ਮਤਲਬ ਹੋ ਗਿਆ ਕਈ ਮਨੁੱਖ ਝੂਠ ਛੁਪਾਉਣਾ ਚਾਹੁੰਦੇ ਹੁੰਦੇ ਆ ਪਰ ਉਹ ਛੁਪਾ ਨਹੀਂ ਸਕਦੇ। ਤੀਜਾ ਅਰਥ ਆਖਣ ਜ਼ੋਰ।
ਕਈਆਂ ਨੂੰ ਜਦੋਂ ਨਾਮ ਦਾ ਰਸ ਆਉਂਦਾ ਤਾਂ ਉਹ ਉਸ ਆਨੰਦ ਨੂੰ ਛੁਪਾ ਨਹੀਂ ਸਕਦੇ ਅਤੇ ਸਿਮਰਨ ਦੀ ਮਹਿਮਾ ਬੋਲ ਬੋਲ ਕੇ ਦੱਸਦੇ ਹਨ। ਚੁੱਪੈ ਨਹਿ ਜੋਰ, ਉਹ ਮਸਤਾਨੇ ਹੋ ਕੇ ਚੁੱਪ ਨਹੀਂ ਰਹਿ ਸਕਦੇ, ਮਸਤਾਨੇ ਹੋ ਜਾਂਦੇ ਰਸ ਦੇ ਵਿੱਚ, ਫਿਰ ਚੁੱਪ ਨਹੀਂ ਰਹਿ ਜਾਂਦਾ ਉਹਨਾਂ ਦਾ। ਦੈਨ ਜੋਰ ਨ ਮੰਗਣ ਦੇਣ ਨਾ ਜੋਰ, ਮੰਗਣ ਤੇ ਵਿਸ਼ਰਾਮ ਆਊਗਾ। ਜੋਰ ਨਾ ਮੰਗਣ ਦੇਣ ਨਾ ਜੋਰ, ਸੋ ਜੋਰ ਨਾ ਮੰਗਣ ਵਿਸ਼ਰਾਮ, ਦੇਣ ਨਾ ਜੋਰ। ਇਸ ਤਰ੍ਹਾਂ ਇੱਥੇ ਜਿਹੜਾ ਨੰਨਾ ਲੱਗਿਆ ਨਾ, ਜੋਰ ਨਾ ਮੰਗਣ, ਫਿਰ ਅੱਗੇ ਲਿਖਿਆ ਦੇਣ ਨਾ ਜੋਰ, ਨੰਨੇ ਲੱਗੇ ਦੋਵੇਂ ਥਾਵਾਂ ਤੇ। ਇਹਨੂੰ ਆਪਾਂ ਪ੍ਰੋਨਾਊਨ ਕਰਦੇ ਹਾਂ ਨਾ, ਨਾ ਥੋੜਾ ਜਿਹਾ ਲੌਂਗ ਸਾਊਂਡ ਨਹੀਂ ਦੇਣੀ ਪੂਰਾ। ਜੇ ਲੌਂਗ ਸਾਊਂਡ ਦੇਵਾਂਗੇ ਤੇ ਕੰਨਾਂ ਲਾ ਕੇ, ਜਿਵੇਂ ਨਾ ਮੰਗਣ ਜੋਰ, ਨਾ ਮੰਗਣ ਦੇਣ ਨਾ ਜੋਰ, ਇਸ ਤਰ੍ਹਾਂ ਨਹੀਂ ਕੰਨਾਂ ਲਾ ਕੇ ਨਹੀਂ ਬੋਲਣਾ। ਨੰਨੇ ਨੂੰ ਥੋੜੀ ਜਿਹੀ ਸਾਊਂਡ ਦੇਣੀ ਹੈ, ਬੋਲਣਾ ਵੀ ਹੈ ਪਰ ਨੰਨੇ ਕੰਨੇ ਦੀ ਸਾਊਂਡ ਨਹੀਂ ਦੇਣੀ। ਇਸ ਤਰ੍ਹਾਂ ਬੋਲਣਾ, ਜੋਰ ਨਾ ਮੰਗਣ, ਜੋਰ ਨਾ ਮੰਗਣ, ਹੋ ਗਿਆ ਨਾ। ਦੇਣ ਨਾ ਜੋਰ, ਦੇਣ ਨਾ ਜੋਰ, ਇਸ ਤਰ੍ਹਾਂ ਥੋੜਾ ਇਕੱਲਾ ਨੰਨਾ ਸਾਉਣ ਦੇਣਾ, ਨਾ ਨਹੀਂ ਕਹਿਣਾ। ਜਿਵੇਂ ਆਪਾਂ ਆਨੰਦ ਸਾਹਿਬ 'ਚ ਪੜ੍ਹਦੇ ਹਾਂ ਨਾ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਅਸੀਂ ਉੱਥੇ ਤੱਤੇ ਤੇ ਪੂਰਾ ਜ਼ੋਰ ਦਿੰਦੇ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਸਤਿਗੁਰ ਤਾਂ ਪਾਇਆ। ਕਦੇ ਆਨੰਦ ਸਾਹਿਬ ਪੜ੍ਹ ਕੇ ਦੇਖਿਓ ਤੁਸੀਂ, ਉੱਥੇ ਇਕੱਲਾ ਹੀ ਤੱਤਾ ਲਿਖਿਆ ਹੋਇਆ ਹੈ, ਸਤਿਗੁਰ ਤਾਂ ਪਾਇਆ। ਤੱਤਾ ਇਕੱਲਾ, ਤੱਤੇ ਨੂੰ ਕੰਨਾ ਨਹੀਂ ਲੱਗਿਆ ਹੋਇਆ, ਤਾਂ ਉਹਨੂੰ ਥੋੜਾ ਜਿਹਾ ਬੋਲਣਾ ਹੁੰਦਾ ਆਪਾਂ, ਸਤਿਗੁਰ ਤਾਂ ਪਾਇਆ ਇਸ ਤਰ੍ਹਾਂ, ਸਤਿਗੁਰ ਤਾਂ ਪਾਇਆ ਇਸ ਤਰ੍ਹਾਂ ਬੋਲਣਾ, ਸਤਿਗੁਰ ਤਾਂ ਪਾਇਆ ਐ ਨਹੀਂ ਬੋਲਣਾ। ਠੀਕ ਹੈ, ਇਸੇ ਤਰ੍ਹਾਂ ਹੀ ਨੰਨੇ ਬੋਲਣੇ ਆ, ਜੋਰ ਨਾ ਮੰਗਣ ਦੇਣ ਨਾ ਜੋਰ, ਇਸ ਤਰ੍ਹਾਂ। ਸੋ ਇਸ ਪੰਕਤੀ ਦਾ ਅਰਥ ਹੈ ਕਿ ਇਸ ਜੀਵ ਕੋਲ ਮੰਗਣ ਦੀ ਵੀ ਤਾਕਤ ਨਹੀਂ ਹੈ। ਜੇ ਸਾਡੇ ਕੋਲ ਭਜਨ ਬੰਦਗੀ ਦਾ ਬਲ ਹੋਵੇ ਤਾਂ ਹੀ ਅਸੀਂ ਵਾਹਿਗੁਰੂ ਕੋਲੋਂ ਜ਼ੋਰ ਬਲ ਦੇ ਨਾਲ ਤੇ ਤਾਕਤ ਨਾਲ ਮੰਗ ਸਕਦੇ ਹਾਂ, ਹੈ ਨਾ। ਸਮਝ ਆਈ ਗੱਲ ਦੀ ਵੀ ਸਾਡੇ ਕੋਲੇ ਸਾਡੀ ਇੰਨੀ ਭਜਨ ਬੰਦਗੀ ਹੈ ਨਹੀਂ ਗੀ ਕਿ ਅਸੀਂ ਰੱਬ ਕੋਲੋਂ ਧੱਕੇ ਨਾਲ ਜ਼ੋਰ ਨਾਲ ਗੱਲ ਮਨਵਾ ਲਈਏ। ਗੁਰੂ ਨਾਨਕ ਦੇਵ ਜੀ ਕਹਿੰਦੇ ਆ, ਮੇਰੇ ਕੋਲ ਇੰਨੀ ਤਾਕਤ ਇੰਨਾ ਜ਼ੋਰ ਨਹੀਂ ਹੈ, ਮੇਰੀ ਬੰਦਗੀ ਇੰਨੀ ਨਹੀਂ ਹੈ ਕਿ ਰੱਬ ਕੋਲੋਂ ਮੈਂ ਜ਼ੋਰ ਨਾਲ ਧੱਕੇ ਨਾਲ ਮੰਗ ਲਵਾਂ, ਉਸ ਕੋਲੋਂ ਮੰਗ ਸਕਾਂ। ਦੇਣ ਨਾ ਜ਼ੋਰ, ਜੀਵ ਕੋਲ ਤਾਂ ਆਪਣੀ ਮਰਜ਼ੀ ਨਾਲ ਦੇਣ ਦੀ ਵੀ ਤਾਕਤ ਨਹੀਂ ਹੈ। ਜੇ ਚੰਗੇ ਕਰਮਾਂ ਕਰਕੇ ਮਨੁੱਖ ਕੋਲੇ ਬਹੁਤਾ ਧਨ ਪਦਾਰਥ ਹੋਵੇ ਤਾਂ ਹੀ ਕਿਸੇ ਨੂੰ ਦੇ ਸਕਦਾ। ਹੁਣ ਸਾਡੇ ਕੋਲੇ ਜੇ ਧਨ ਪਦਾਰਥ ਥੋੜਾ ਹੈ ਤਾਂ ਸਾਡਾ ਦੇਣ ਨੂੰ ਜੀ ਕਰਦਾ ਵੀ ਅਸੀਂ ਦੇਈਏ ਕਿਸੇ ਨੂੰ, ਪਰ ਸਾਡੇ ਕੋਲ ਜ਼ੋਰ ਨਹੀਂ ਹੈ, ਸਾਡੇ ਕੋਲੇ ਤਾਨ ਬਲ ਨਹੀਂ ਹੈ ਉਹਨਾਂ ਕਿ ਅਸੀਂ ਕਿਸੇ ਨੂੰ ਦੇ ਸਕੀਏ, ਕਿਉਂਕਿ ਸਾਡੇ ਪੂਰਬਲੇ ਕਰਮਾਂ ਦਾ ਅਸਰ ਸਾਡੀ ਲਾਈਫ ਦੇ ਵਿੱਚ ਹੈ। ਅਸੀਂ ਕੋਈ ਚੰਗਾ ਕਰਮ ਨਹੀਂ ਕੀਤਾ, ਇਸ ਕਰਕੇ ਸਾਨੂੰ ਬਹੁਤੇ ਧਨ ਪਦਾਰਥ ਨਹੀਂ ਮਿਲੇ। ਤੇ ਬਹੁਤੇ ਧਨ ਪਦਾਰਥ ਮਨੁੱਖ ਕੋਲ ਹੋਣ ਤਾਂ ਵੀ ਤਾਂ ਹੀ ਦੇਵੇ ਨਾ ਕਿਸੇ ਨੂੰ, ਫੇਰ ਹੀ ਉਹ ਕਿਸੇ ਨੂੰ ਦੇ ਸਕਦਾ। ਯਾਨੀ ਕਿ ਆਪ ਦੇ ਬਲ ਦੇ ਨਾਲ ਮਨੁੱਖ ਕੋਲੇ ਕੁਝ ਦੇਣ ਦੀ, ਆਪਣੀ ਮਰਜ਼ੀ ਨਾਲ ਕੁਝ ਦੇਣ ਦੀ ਵੀ ਤਾਕਤ ਨਹੀਂ ਹੈ। ਜੇ ਕੁਝ ਕਰਮਾਂ ਕਰਕੇ ਹੋਵੇ ਤਾਂ ਫੇਰ ਹੀ ਦੇਵੇ ਨਾ। ਤਾਂ ਅੱਗੇ ਗੁਰੂ ਮਹਾਰਾਜ ਜੀ ਬਚਨ ਕਰਦੇ, ਜੋਰ ਨ ਜੀਵਨ ਮਰਨ ਨਹਿ ਜੋਰ, ਹੈ ਨਾ। ਇਸ ਤਰ੍ਹਾਂ ਜੋਰ ਨਾ ਜੀਵਨ ਮਰਨ ਨਹਿ ਜੋਰ, ਜੀਵਨ ਤੇ ਵਿਸ਼ਰਾਮ ਆਊਗਾ। ਜੋਰ ਨ ਜੀਵਨ ਵਿਸ਼ਰਾਮ, ਮਰਨ ਨਹਿ ਜੋਰ। ਉਸ ਜਿਹੜਾ ਜ਼ੋਰ ਦੇ ਨਾਲ ਨੰਨਾ ਮੁਕਤਾ ਹੈ, ਇਸ ਨੂੰ ਨਾ ਬੋਲਣਾ ਹੈ, ਪਹਿਲਾਂ ਵੀ ਦੱਸਿਆ ਸੀ ਆਪਾਂ, ਜ਼ਿਆਦਾ ਲੌਂਗ ਸਾਊਂਡ ਨਹੀਂ ਦੇਣੀ। ਅੱਗੇ ਜਿਹੜਾ ਹੈਗਾ ਮਰਨ ਨਹਿ ਜੋਰ, ਨੰਨਾ ਹਾਹਾ, ਇਹ ਨਹਿ ਬੋਲਾਂਗੇ ਇਹਨੂੰ, ਨਹਿ ਜ਼ਿਆਦਾ ਨਹਿ
ऐ नहीं बोलना गा, ज़्यादा लॉन्ग साउंड नहीं देनी, थोड़ा जिहा बोलना है। मरण नह जोर, इस तरह मरण नह जोर, इदां ही बोलना, लॉन्ग साउंड नहीं देनी। फिर रिपीट करिए, जोर न जीवन मरण नह जोर। इस पंक्ति का अर्थ है कि जीव कोल अपने आप जिउण दी ताकत ते बल भी नहीं है। जीव दे कोले अपने आप जिउंदे रहण दा भी बल नहीं है, अते ना ही अपने आप मर जाण दा बल है। जोर नहीं जीवन, जीवन का मतलब है जिउणा, जीवन जिउणा। कहंदे मनुख अपनी बल ताकत दे नाल भी जिउंदा नहीं रह सकता। उसका जी तो करदा मैं जिउंदा रवां, पर उहदे कोल बल नहीं है कि मैं मरा ना, इन्नी ताकत नहीं भी कि मैं मरा ही ना कदे। ਉਹਦੇ ਕੋਲੇ ਜਿਉਂਦੇ ਰਹਿਣ ਦੀ ਤਾਕਤ ਨਹੀਂ ਆ, ਮਰਨ ਨਹੀਂ ਜ਼ੋਰ। ਤੇ ਮਨੁੱਖ ਕੋਲੇ ਮਰ ਜਾਣ ਦੀ ਵੀ ਤਾਕਤ ਨਹੀਂ ਹੈ ਕਿ ਮੈਂ ਆਪਣੇ ਆਪ ਮਰ ਜਾਵਾਂ। ਕਿੰਨੇ ਲੋਕ ਦੇਖੇ ਆ, ਬਹੁਤ ਲੋਕਾਂ ਦਾ ਮਨ ਕਰਦਾ ਵੀ ਮਰ ਜਾਈਏ, ਪਰ ਉਹਨਾਂ ਕੋਲੇ ਉਹ ਤਾਕਤ ਨਹੀਂ ਹੈ ਕਿ ਉਹ ਮਰ ਜਾਣ। ਉਹਨਾਂ ਦੀ ਜਿਹੜੀ ਤਾਕਤ ਆ ਉਹ ਆਪਣੇ ਪਰਿਵਾਰ ਦੇ ਵਿੱਚ ਮੋਹ ਦੇ ਵਿੱਚ ਵੰਡੀ ਹੋਈ ਆ। ਮਰਨ ਨੂੰ ਜੀ ਕਰਦਾ पर मोह करके मर नहीं सकते, उन्हां विच ताकत नहीं है मर जाण दी। कई बार बंदा सुसाइड करन लगदा तां गल दे विच रस्सा पा लैंदा, फिर उहदे विचार बदल जांदे, आपदी गल चों रस्सा कढ दिंदा, सुसाइड नहीं करदा। मरण नहीं जोर, बंदे कोले अपने आप मर जाण दा भी बल नहीं है। सुख ते आराम विच मनुख बहुत लंमा समा जीना चाहुंदा हुंदा है, वो कदे मरना नहीं चाहता, पर फिर भी वो जिउ नहीं सकता, आखिर मर ही जाता। दुखों ते परेशानियां तो तंग आके मनुख कई बार मरना चाहता हुंदा, पर मोह वस होके अपनी मर्जी नाल मरिया नहीं जाता। तां गुरु जी कहंदे जोर न जीवन मरण नहीं जोर, है ना। समझ आई गल दी कि ना मनुख आपदी मर्जी नाल जिउंदा रह सकदा, ना मनुख आपदी मर्जी नाल मर सकदा। अपनी जोर दे नाल मर नहीं सकदा, अपनी बल ते ताकत नाल जिउंदे नहीं रह सकदा। दैन जोर न राज माल मन सोर, माल ते विश्राम आऊगा। जोर न राज माल विश्राम मन सोर। तो इस तरह कई बार साढ़े को इत्थे विश्राम गलत हो जाता, असीं बोलते हैं जोर ना राज माल मन सोर, राज ते विश्राम करते नहीं। राज माल इकट्ठा ही शब्द है। राज हो गया राज भाग, माल हो गया धन पदार्थ, ये इकट्ठे ही है। मन सोर ये डिफरेंट, एक अलग शब्द है। सो उच्चारण ठीक है, जोर ना राज माल मन सोर, इस तरह उच्चारण ठीक हुंदा, विश्राम माल ते लगूगा। इस पंक्ति का अर्थ है कि इस जीव कोल राज भाग ते धन दौलत हासिल करने का भी बल नहीं है। भावें ये चीज़ां मन विच शोर शराबा पैदा करदियां हन, जो मनुख नूं विकारां नाल जोड़दियां हन। ठीक है ना। भी जोर ना, मनुख जोर मतलब हो गया ताकत बल, जोर धक्का। मनुख कोले अपने जोर दे नाल, अपनी ताकत दे नाल राज भाग ते बहुत सारा धन इकट्ठा करन दी, जां राज भाग ते बहुत सारा धन प्राप्त करन दा भी जोर नहीं है। इन्नी ताकत नहीं है उहदी कि वो राज भाग हासिल कर सके, धन दौलत इकट्ठी कर सके। हर एक का जी करदा किसी भागां वाले नूं धन पदार्थ मिलते, भागां वाले नूं राज भाग मिलता। जी सारिਆਂ दे करदा राजे होइए, धन दौलत बहुत होइए, पर उन्हां कोल जोर नहीं होना। मनसोर, मनसोर का मतलब हो गया, गुरु साहब जी कहते ये राज भाग ते धन दौलत भावें मनुख नूं चाहीदियां है, मनुख कोले है, भावें होण, पर गुरु जी कहते ये चीज़ां मन दे विच शोर शराबा पैदा करदियां। मन सोर, सोर मतलब शोर, रौला रप्पा।
ਕਿਉਂਕਿ ਇਹ ਸ਼ਬਦ ਜਿਹੜੇ ਹੁੰਦੇ ਆ ਬਿਰਜ ਭਾਸ਼ਾ ਦੇ ਵਿੱਚ ਸ਼ੋਰ ਸ਼ਬਦ ਵਰਤਿਆ ਜਾਂਦਾ, ਸ਼ੋਰ ਨੂੰ, ਪਵਨ ਕਰੇ ਸ਼ੋਰ, ਇਸ ਤਰ੍ਹਾਂ ਸ਼ੋਰ ਸ਼ਰਾਬਾ। ਗੁਰੂ ਸਾਹਿਬ ਜੀ ਕਹਿੰਦੇ ਇਹ ਚੀਜ਼ਾਂ ਜੋ ਧਨ ਦੌਲਤ ਤੇ ਰਾਜ ਭਾਗ ਹੈ, ਇਹ ਮਨ ਦੇ ਵਿੱਚ ਸ਼ੋਰ ਸ਼ਰਾਬਾ ਪੈਦਾ ਕਰਦੀਆਂ, ਮਤਲਬ ਕਿ ਮਨੁੱਖ ਨੂੰ ਵਿਕਾਰਾਂ ਦੇ ਨਾਲ ਜੋੜਦੀਆਂ। ਜਦੋਂ ਧਨ ਦੌਲਤ ਹੋਵੇ, ਰਾਜ ਭਾਗ ਹੋਵੇ, ਤਾਂ ਕੋਈ ਵਿਰਲਾ ਮਨੁੱਖ ਹੈ ਜਿਹੜਾ ਰੱਬ ਨਾਲ ਜੁੜਿਆ ਰਹਿ ਜਾਂਦਾ, ਨਹੀਂ ਤਾਂ ਮਨੁੱਖ ਵਿਕਾਰਾਂ ਤੇ ਪਾਪਾਂ ਦੇ ਨਾਲ ਜੁੜ ਜਾਂਦਾ। ਮਨ ਵਿੱਚ ਸ਼ੋਰ ਸ਼ਰਾਬਾ ਪੈਂਦਾ ਰਹਿੰਦਾ ਉਹਦੇ, ਉਹ ਵੀ ਹੋਵੇ, ਆਹ ਵੀ ਹੋਵੇ, ਸੋਹਣੀ ਇਸਤਰੀ ਹੋਵੇ, ਬਹੁਤ ਧਨ ਹੋਵੇ, ਸੋਹਣਾ ਘਰ ਹੋਵੇ, ਬਹੁਤ ਜ਼ਮੀਨ ਹੋਵੇ, ਇਹ ਸ਼ੋਰ ਸ਼ਰਾਬੇ ਆ ਮਨ ਦੇ। ਅੱਗੇ ਜੋਰ ਨਾ ਸੁਰਤੀ ਗਿਆਨ ਵਿਚਾਰ, ਸੁਰਤੀ ਤੇ ਵਿਸ਼ਰਾਮ ਹੈ। ਜੋਰ ਨਾ ਸੁਰਤੀ ਵਿਸ਼ਰਾਮ, ਗਿਆਨ ਵਿਚਾਰ। ਸੋ ਇਸ ਤਰ੍ਹਾਂ ਆਪਾਂ ਜਿਹੜਾ ਨੰਨੇ ਕੰਨਾ ਕਿੰਨੇ ਵਾਰੀ ਆ ਗਿਆ, ਸਾਰੀਆਂ ਪੰਕਤੀਆਂ ਦੇ ਵਿੱਚ ਨੰਨਾ ਸ਼ਬਦ ਵਰਤਿਆ ਗਿਆ, ਪਰ ਨੰਨੇ ਨੂੰ ਕੰਨਾ ਕਿਤੇ ਵੀ ਨਹੀਂ ਲੱਗਿਆ ਹੋਇਆ। ਇਸ ਕਰਕੇ ਆਪਾਂ ਇਸ ਨੰਨੇ ਨੂੰ ਲੌਂਗ ਸਾਊਂਡ ਨਹੀਂ ਦੇਣੀ, ਥੋੜਾ ਜਿਹਾ ਬੋਲਣਾ ਹੁੰਦਾ ਹੈ। ਜੋਰ ਨਾ ਸੁਰਤੀ ਇੰਨਾ, ਜੋਰ ਨਾ ਸੁਰਤੀ ਐ ਨਹੀਂ ਕਹਿਣਾ, ਬੋਲਾ ਜਾ। ਜੋਰ ਨਾ ਸੁਰਤੀ ਗਿਆਨ ਵਿਚਾਰ। ਇੱਥੇ ਹੁਣ ਅਸੀਂ ਗਲਤੀ ਸਾਡੇ ਕੋਲ ਹੋ ਜਾਂਦੇ, ਅਸੀਂ ਬੋਲਦੇ ਵਿਚਾਰ, ਗਿਆਨ ਵਿਚਾਰ, ਐਵੇਂ ਬੋਲਦੇ ਨਾ। ਸੋ ਵਿਚਾਰ ਜਦੋਂ ਬੋਲਾਂਗੇ ਉਦੋਂ ਵਾਵੇ ਨੂੰ ਸਿਹਾਰੀ ਲੱਗੂਗੀ, ਜਿਹੜੀ ਲੈਫਟ ਹੈਂਡ ਸਾਈਡ ਹੁੰਦੀ ਹੈ, ਠੀਕ ਹੈ। ਰਾਈਟ ਹੈਂਡ ਸਾਈਡ ਜਿਹੜੀ ਬਣਦੀ ਹੈ ਉਹ ਬਿਹਾਰੀ ਹੁੰਦੀ ਹੈ, ਤੇ ਬਿਹਾਰੀ ਦੀ ਜਿਹੜੀ ਸਾਊਂਡ ਹੁੰਦੀ ਹੈ ਉਹ ਡਬਲ ਈ ਸਾਊਂਡ ਕਰਨਾ ਹੁੰਦਾ। ਵੀ ਵਿਚਾਰ, ਇਸ ਤਰ੍ਹਾਂ ਬੋਲਣਾ ਨੇ, ਵਿਚਾਰ, ਗਿਆਨ ਵਿਚਾਰ। ਇਵੇਂ ਇਸ ਪੰਕਤੀ ਦਾ ਅਰਥ ਹੈ ਜੀਵ ਕੋਲ ਬ੍ਰਹਮ ਦੇ ਗਿਆਨ ਦੀ ਜਾਣਕਾਰੀ ਨਹੀਂ ਹੈ। ਗਿਆਨ ਵਿਚਾਰ ਮਤਲਬ ਜੀਵ ਦੇ ਕੋਲ ਪਰਬ੍ਰਹਮ ਪਰਮੇਸ਼ਰ ਦੇ ਗਿਆਨ ਦੀ ਜਾਣਕਾਰੀ ਨਹੀਂ ਹੈ। ਜੋਰ ਨਾ ਸੁਰਤੀ ਦਾ ਅਰਥ ਨਾ ਹੀ ਇਸ ਕੋਲ ਆਪਣੀ ਸੁਰਤ ਨੂੰ ਵਾਹਿਗੁਰੂ ਦੇ ਸਿਮਰਨ ਵਿੱਚ ਜੋੜਨ ਦਾ ਬਲ ਹੈ, ਨਾ ਹੀ ਇਸ ਕੋਲ ਆਪਣੀ ਸੁਰਤ ਨੂੰ ਵਾਹਿਗੁਰੂ ਦੇ ਸਿਮਰਨ ਵਿੱਚ ਜੋੜਨ ਦੀ ਤਾਕਤ ਹੈ। ਜੋਰ ਨਾ ਸੁਰਤੀ, ਆਪਣੇ ਜ਼ੋਰ ਦੇ ਨਾਲ, ਧੱਕੇ ਨਾਲ ਆਪਣੀ ਸੁਰਤੀ ਨੂੰ ਰੱਬ ਨਾਲ ਨਹੀਂ ਜੋੜ ਸਕਦਾ ਮਨੁੱਖ। ਸੁਰਤੀ ਉਦੋਂ ਵਾਹਿਗੁਰੂ ਦੇ ਨਾਲ ਜੁੜਦੀ ਆ। ਗੁਰੂ ਨਾਨਕ ਦੇਵ ਜੀ ਕਹਿੰਦੇ ਜਦੋਂ ਮਨ ਦੇ ਵਿੱਚ ਸ਼ਰਧਾ ਭਾਵਨਾ ਤੇ ਪ੍ਰੇਮ ਪੈਦਾ ਹੋ ਜਾਂਦਾ, ਪ੍ਰੇਮ ਦੇ ਨਾਲ ਸੁਰਤ ਵਾਹਿਗੁਰੂ ਨਾਲ ਜੁੜਦੀ ਆ। ਬੰਦਾ ਧੱਕੇ ਨਾਲ ਆਪਣੀ ਸੁਰਤ ਨੂੰ ਵਾਹਿਗੁਰੂ ਨਾਲ ਨਹੀਂ ਜੋੜ ਸਕਦਾ। ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਧੱਕੇ ਨਾਲ ਅੱਖਾਂ ਬੰਦ ਕਰਕੇ ਸੁਰਤ ਜੁੜੀ ਦਾ ਦਿਖਾਵਾ ਕਰਦੇ ਕਿ ਸਾਡੀ ਸੁਰਤ ਵਾਹਿਗੁਰੂ ਨਾਲ ਜੁੜੀ ਆ। ਨਹੀਂ, ਪਰ ਉਹ ਹੱਲੀ ਜਾਂਦੇ ਹੁੰਦੇ ਆ, ਜਿਵੇਂ ਹਨੇਰੀ ਦੇ ਵਿੱਚ ਕੋਈ ਪਲਾਂਟ ਹੱਲੀ ਜਾਂਦਾ ਹੁੰਦਾ ਨਾ, ਪੂਰੇ ਸਰੀਰ ਨੂੰ ਹਿਲਾਈ ਜਾਂਦੇ ਇੱਧਰ ਉੱਧਰ ਕਰਕੇ। ਜਦੋਂ ਤੁਹਾਡੀ ਸੁਰਤ ਵਾਹਿਗੁਰੂ ਨਾਲ ਜੁੜ ਗਈ, ਉਦੋਂ ਤੁਹਾਡਾ ਸਰੀਰ, ਤੁਹਾਡੀ ਬੋਡੀ ਝੂਲਦੀ ਨਹੀਂ, ਝੂਲਣਾ ਮਤਲਬ ਇੱਧਰ ਉੱਧਰ ਹੱਲੂਗੀ ਨਹੀਂ। ਕਿਸੇ ਪਲਾਂਟ ਵਾਂਗੂ, ਜਿਵੇਂ ਹਵਾ ਨਾਲ ਕੋਈ ਪਲਾਂਟ ਐ ਹੱਲੀ ਜਾਂਦਾ ਹੁੰਦਾ, ਤੇ ਬਹੁਤਿਆਂ ਨੂੰ ਦੇਖਦੇ ਹਾਂ ਆਪਾਂ ਸੰਗਤ ਵਿੱਚ ਵੀ ਐਂ ਝੂਲੀ ਜਾਂਦੇ ਹੁੰਦੇ ਆ, ਉਹ ਤਾਂ ਕੋਈ ਰਸ ਨਹੀਂ ਹੁੰਦਾ। ਜਦੋਂ ਰਸ ਆ ਗਿਆ, ਮਨ ਦਾ ਠਹਿਰਾਓ ਬਣੂਗਾ। ਜਦੋਂ ਠਹਿਰਾਓ ਬਣੂਗਾ, ਉਦੋਂ ਸਰੀਰ ਦਾ ਵੀ ਠਹਿਰਾਓ ਬਣ ਜਾਂਦਾ। ਕਰੈਕਟ। ਇਸ ਤਰ੍ਹਾਂ ਗੁਰੂ ਜੀ ਕਹਿੰਦੇ ਵੀ ਸੁਰਤ ਨੂੰ ਆਪਾਂ ਧੱਕੇ ਨਾਲ ਵਾਹਿਗੁਰੂ ਨਾਲ ਨਹੀਂ ਜੋੜ ਸਕਦੇ। ਦੈਨ ਜੋਰ ਨਾ ਜੁਗਤੀ ਛੁੱਟੈ ਸੰਸਾਰ, ਜੁਗਤੀ ਤੇ ਵਿਸ਼ਰਾਮ। ਜੋਰ ਨਾ ਜੁਗਤੀ ਛੁੱਟੈ ਸੰਸਾਰ, ਇਹਦਾ ਉਚਾਰਨ ਠੀਕ ਹੈ। ਸੋ ਇਸ ਪੰਕਤੀ ਦਾ ਅਰਥ ਹੈ, ਵਾਹਿਗੁਰੂ ਮੇਰੇ ਕੋਲ ਸੰਸਾਰ ਦੇ ਬੰਧਨਾਂ ਤੋਂ ਛੁਟਕਾਰਾ ਪਾਉਣ ਦੀ ਵੀ ਤਾਕਤ ਨਹੀਂ, ਮੇਰੇ ਕੋਲ ਕੋਈ ਜੁਗਤੀ ਨਹੀਂ। ਜੋਰ ਨਾ ਜੁਗਤੀ, ਤਰੀਕਾ ਜਾਂ ਤਾਕਤ ਬਲ ਨਹੀਂ ਹੈ। ਜੋਰ ਨਾ ਜੁਗਤੀ, ਜੋਰ ਦਾ ਮਤਲਬ ਹੈ ਤਾਕਤ ਜਾਂ ਬਲ। ਮੇਰੇ ਕੋਲੇ ਇੰਨਾ ਬਲ, ਜੋਰ ਜਾਂ ਤਾਕਤ ਨਹੀਂ ਹੈ
ਕਿ ਮੈਂ ਆਪਣੇ ਬਲ ਤੇ ਤਾਕਤ ਦੇ ਨਾਲ ਸੰਸਾਰ ਦੇ ਬੰਧਨਾਂ ਤੋਂ ਛੁਟਕਾਰਾ ਪਾ ਲਵਾਂ। ਜ਼ੋਰ ਨਾ ਜੁਗਤੀ। ਜੁਗਤੀ ਦਾ ਮਤਲਬ ਤਰੀਕਾ, ਆਈਡੀਆ। ਮੇਰੇ ਕੋਲ ਕੋਈ ਆਈਡੀਆ ਨਹੀਂ, ਕੋਈ ਤਰੀਕਾ ਨਹੀਂ ਹੈ ਕਿ ਮੈਂ ਆਪਣੇ ਬਲ ਤਾਕਤ ਦੇ ਨਾਲ, ਆਪਣੇ ਆਈਡੀਏ ਨਾਲ, ਆਪਣੇ ਤਰੀਕੇ ਦੇ ਨਾਲ ਇਸ ਸੰਸਾਰ ਦੇ ਬੰਧਨਾਂ ਤੋਂ ਛੁਟਕਾਰਾ ਪਾ ਲਵਾਂ। ਛੁੱਟੈ ਸੰਸਾਰ, ਛੁਟਕਾਰਾ ਪਾ ਲੈਣਾ ਸੰਸਾਰ ਤੋਂ। ਦੈਨ ਜਿਸ ਹੱਥ ਜੋਰ ਕਰ ਵੇਖੈ ਸੋਏ, ਜੋਰ ਤੇ ਵਿਸ਼ਰਾਮ ਆਊਗਾ। ਜਿਸ ਹੱਥ ਜੋਰ ਵਿਸ਼ਰਾਮ ਕਰ ਵੇਖੈ ਸੋਏ, ਇਸ ਤਰ੍ਹਾਂ ਉਚਾਰਨ ਠੀਕ ਹੈ, ਇਹਦੇ ਵਿੱਚ ਕੋਈ ਮਿਸਟੇਕ ਨਹੀਂ ਹੁੰਦੀ ਗੀ। ਇਸੇ ਤਰ੍ਹਾਂ ਹੀ ਹੁੰਦਾ ਜਿਸ ਹੱਥ ਜੋਰ ਕਰ ਵੇਖੈ ਸੋਏ। ਪਰ ਇੱਥੇ ਅਸੀਂ ਵਿਸ਼ਰਾਮ ਹੱਥ ਤੇ ਨਹੀਂ ਲਾਉਣਾ। ਬਹੁਤ ਸਾਰੀ ਵਾਰੀ ਸੁਣਦੇ ਹਾਂ ਜਿਸ ਹੱਥ ਜੋਰ ਕਰ ਵੇਖੈ ਸੋਏ, ਜੋਰ ਕਰ ਵੇਖੈ ਸੋਏ ਨਹੀਂ, ਜੋਰ ਤੇ ਵਿਸ਼ਰਾਮ। ਜਿਸ ਹੱਥ ਜੋਰ ਕਰ ਵੇਖਿਆ ਸੋਏ, ਦੇਖੋ ਆਪਣੇ ਆਪ ਹੀ ਵਿਸ਼ਰਾਮ ਬਣ ਗਿਆ, ਮੀਨਿੰਗ ਆ ਗਿਆ ਨਾ ਵੀ ਜਿਸ ਹੱਥ ਜੋਰ, ਜਿਹਦੇ ਹੱਥ ਦੇ ਵਿੱਚ ਤਾਕਤ ਹੈ, ਪਾਵਰ ਹੈ, ਕਰ ਵੇਖਿਆ ਸੋਏ, ਉਹ ਹੀ ਵੇਖ ਸਕਦਾ, ਉਹ ਹੀ ਵਰਤਦਾ ਹੈ ਨਾ। ਜੇ ਬੋਲਾਂਗੇ ਜਿਸ ਹੱਥ ਜੋਰ ਕਰ ਵੇਖਿਆ ਸੋਏ, ਇਹਦਾ ਕੋਈ ਅਰਥ ਹੀ ਨਹੀਂ ਬਣਦਾ। ਇਸ ਪੰਕਤੀ ਦਾ ਅਰਥ ਹੈ ਜਿਸ ਵਾਹਿਗੁਰੂ ਦੇ ਹੱਥ ਵਿੱਚ ਤਾਕਤ ਤੇ ਬਲ ਹੈ, ਉਹੀ ਇਸ ਨੂੰ ਵਰਤ ਕੇ ਦੇਖਦਾ। ਆ ਗਈ ਨਾ ਸਮਝ? ਜਿਸ ਦੇ ਹੱਥ ਦੇ ਵਿੱਚ ਤਾਕਤ ਜਾਂ ਪਾਵਰ ਹੋਵੇ, ਉਹ ਹੀ ਆਪਣੀ ਪਾਵਰ ਨੂੰ ਯੂਜ ਕਰ ਸਕਦਾ। ਸਾਡੇ ਹੱਥ 'ਚ ਕੋਈ ਪਾਵਰ ਹੀ ਨਹੀਂ ਹੈ, ਫਿਰ ਅਸੀਂ ਯੂਜ ਕਿੱਥੋਂ ਕਰਾਂਗੇ? ਗੁਰੂ ਜੀ ਕਹਿੰਦੇ ਵਾਹਿਗੁਰੂ ਦੇ ਹੱਥ ਵਿੱਚ ਹੀ ਸਾਰਾ ਬਲ ਤੇ ਜ਼ੋਰ ਹੈ, ਤਾਕਤ ਤੇ ਜ਼ੋਰ ਹੈ, ਉਹੀ ਇਸ ਨੂੰ ਵਰਤ ਕੇ ਦੇਖਦਾ। ਨਾਨਕ ਉੱਤਮ ਨੀਚ ਨਾ ਕੋਏ, ਨਾਨਕ ਤੇ ਵਿਸ਼ਰਾਮ ਆਊਗਾ ਇੱਥੇ, ਨਾਨਕ ਤੇ ਰੁਕਣਾ ਅਸੀਂ। ਨਾਨਕ ਵਿਸ਼ਰਾਮ, ਉੱਤਮ ਨੀਚ ਨਾ ਕੋਏ, ਇਸ ਤਰ੍ਹਾਂ ਉੱਤਮ ਨੀਚ ਨਾ ਕੋਈ ਇਕੱਠਾ ਸ਼ਬਦ ਬੋਲਣਾ, ਇਕੱਠਾ ਬੋਲਣਾ ਇਹਨਾਂ ਨੂੰ। ਉੱਤਮ ਨੀਚ ਨਾ ਕੋਈ, ਇਸ ਤਰ੍ਹਾਂ। ਇਹ ਨਾਨਕ ਤੇ ਵਿਸ਼ਰਾਮ ਤਾਂ ਲੱਗਿਆ ਕਿ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਜੇ ਆਪਾਂ ਇਹਨੂੰ ਕਰਾਂਗੇ ਨਾਨਕ ਉੱਤਮ ਨੀਚ ਨਾ ਕੋਏ, ਤਾਂ ਇਹਦਾ ਅਰਥ ਬਣ ਜਾਣਾ ਵੀ ਨਾਨਕ ਤਾਂ ਉੱਚਾ ਹੈ ਸਾਰਿਆਂ ਤੋਂ, ਪਰ ਨੀਵਾਂ ਵੀ ਕੋਈ ਨਹੀਂ ਆ। ਨੀਵਾਂ ਵੀ ਕੋਈ ਨਹੀਂ ਤੇ ਨਾਨਕ ਉੱਚਾ ਵੀ ਸਾਰਿਆਂ ਤੋਂ। ਕੋਈ ਅਰਥ ਗ੍ਰਾਮਰ ਦੇ ਸਿਧਾਂਤ ਨਹੀਂ ਬਣਦੇ ਕਿ ਨਾਨਕ ਤੇ ਰੁਕਾਂਗੇ ਕਿ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਉੱਤਮ ਨੀਚ ਨਾ ਕੋਈ ਦਾ ਮਤਲਬ ਹੋਇਆ ਆਪਣੀ ਤਾਕਤ ਤੇ ਜ਼ੋਰ ਨਾਲ ਕੋਈ ਵੀ ਉੱਚਾ ਤੇ ਨੀਵਾਂ ਨਹੀਂ ਹੋ ਸਕਦਾ, ਕੋਈ ਵੀ ਤਕੜਾ ਤੇ ਮਾੜਾ ਨਹੀਂ ਹੋ ਸਕਦਾ, ਕੋਈ ਵੀ ਗਰੀਬ ਜਾਂ ਅਮੀਰ ਨਹੀਂ ਹੋ ਸਕਦਾ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਆਪਣੀ ਤਾਕਤ ਦੇ ਨਾਲ, ਆਪਣੀ ਪਾਵਰ ਦੇ ਨਾਲ ਕੋਈ ਵੀ ਉੱਚਾ ਜਾਂ ਨੀਵਾਂ ਨਹੀਂ ਹੋ ਸਕਦਾ। ਹੁਣ ਨੀਵਿਆਂ ਦਾ ਜੀ ਬਹੁਤ ਕਰਦਾ ਉੱਚੇ ਹੋਣ ਨੂੰ, ਪਰ ਉਹਨਾਂ ਕੋਲੇ ਤਾਕਤ ਨਹੀਂ ਹੈ। ਜੋ ਤਾਕਤ ਲਾ ਵੀ ਆਪਣੀ ਪਾਵਰ ਯੂਜ ਵੀ ਕਰ ਲੈਣ, ਫਿਰ ਵੀ ਉਹ ਉੱਚੇ ਨਹੀਂ ਹੋ ਸਕਦੇ। ਨਾਨਕ ਉੱਤਮ ਨੀਚ ਨਾ ਕੋਈ, ਨਾ ਕੋਈ ਉੱਚਾ ਹੈ ਨਾ ਕੋਈ ਨੀਵਾਂ ਹੈ, ਕੋਈ ਆਪਣੀ ਬਲ ਤਾਕਤ ਨਾਲ ਵੱਡਾ ਜਾਂ ਛੋਟਾ ਨਹੀਂ ਹੋ ਸਕਦਾ, ਕੋਈ ਵੀ ਤਕੜਾ ਮਾੜਾ ਨਹੀਂ ਹੋ ਸਕਦਾ, ਕੋਈ ਵੀ ਗਰੀਬ ਜਾਂ ਅਮੀਰ ਨਹੀਂ ਹੋ ਸਕਦਾ। ਦੈਨ ਸੋ ਇਹ ਹੁਣ ਆਪਾਂ 33 ਪੌੜੀਆਂ ਕੰਪਲੀਟ ਹੋ ਗਈਆਂ। ਇਸ ਪੌੜੀ ਦਾ ਕੀ ਨਾਮ ਸੀ? ਸ਼ੁਭ ਚਾਰਨਾ, ਸ਼ੁਭ ਚਾਰਨਾ। ਇਸ ਪੌੜੀ ਨੂੰ ਨਾਮ ਦਿੱਤਾ ਵਿਦਵਾਨ ਪੁਰਸ਼ਾਂ ਨੇ ਸ਼ੁਭ ਚਾਰਨਾ, ਮਤਲਬ ਕਿ ਵਾਹਿਗੁਰੂ ਦੇ ਗੀਤ ਗਾਉਣੇ, ਉਹਦੀਆਂ ਵਡਿਆਈਆਂ ਕਰਨੀਆਂ। ਸ਼ੁਭ ਵਡਿਆਈ ਕਰਨੀ, ਵਾਹਿਗੁਰੂ ਦੇ ਸ਼ੁਭ ਗੁਣਾਂ ਦੀ ਵਡਿਆਈ ਕਰਨੀ। ਸ਼ੁਭ ਚਾਰਨਾ, ਚਾਰਨਾ ਮਤਲਬ ਵਡਿਆਈ ਕਰਨੀ, ਉਚਾਰਨ ਕਰਨਾ, ਉਹਦੇ ਨਾਮ ਦੇ ਗੀਤ ਗਾਉਣੇ। ਤੇ ਇਸ ਸਾਰੀ ਪੌੜੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਉਸ ਪਾਰ ਬ੍ਰਹਮ ਦੀ ਤਾਕਤ ਬਲ ਨੂੰ ਹੀ ਮੇਨ ਪਾਵਰ ਮੰਨਿਆ। ਤੇ ਜੁਗਿਆਸੂ ਜਨ ਜਦੋਂ ਨਾਮ ਜਪਦਾ ਉਹ ਸ਼ੁਭ ਚਾਰਨਾ ਦੀ ਅਵਸਥਾ ਵਿੱਚ ਆ ਜਾਂਦਾ। ਸ਼ੁਭ ਇੱਛਾ ਤੋਂ ਬਾਅਦ
ਜਦੋਂ ਉਹਦਾ ਇੱਕ ਸਟੈਪ ਹੋਰ ਵੱਧ ਜਾਂਦਾ ਸ਼ੁਭ ਚਾਰਨਾ ਮਤਲਬ ਉਹਦੇ ਅੰਦਰੋਂ ਵਾਹਿਗੁਰੂ ਦੀਆਂ ਵਡਿਆਈਆਂ ਨਿਕਲਣ ਲੱਗ ਜਾਂਦੀਆਂ। ਫਿਰ ਉਹ ਐਂ ਕਹਿੰਦਾ ਵਾਹਿਗੁਰੂ, ਹੇ ਵਾਹਿਗੁਰੂ ਜੀ, ਮੇਰੇ ਵਿੱਚ ਚੁੱਪ ਰਹਿਣ ਦੀ ਤਾਕਤ ਨਹੀਂ, ਮੇਰੇ ਵਿੱਚ ਬੋਲਣ ਦੀ ਤਾਕਤ ਨਹੀਂ, ਮੇਰੇ ਕੋਲੋਂ ਤੇਰੇ ਕੋਲੋਂ ਕੁਛ ਮੰਗਣ ਦੀ ਤਾਕਤ ਨਹੀਂ ਹੈ, ਮੇਰੇ ਕੋਲ ਮਰ ਜਾਣ ਦੀ ਵੀ ਤਾਕਤ ਨਹੀਂ ਹੈ, ਮੇਰੇ ਕੋਲ ਆਪਣੇ ਆਪ ਜਿਉਂਦੇ ਰਹਿਣ ਦੀ ਤਾਕਤ ਵੀ ਨਹੀਂ ਹੈ। ਮੈਂ ਆਪਣੀ ਤਾਕਤ ਦੇ ਬਲ ਨਾਲ ਰਾਜ ਭਾਗ ਹਾਸਲ ਨਹੀਂ ਕਰ ਸਕਦਾ। ਮੈਂ ਆਪਣੀ ਤਾਕਤ ਨਾਲ, ਆਪਣੀ ਬਲ ਦੇ ਨਾਲ, ਧੱਕੇ ਦੇ ਨਾਲ ਆਪਣੀ ਸੁਰਤ ਨੂੰ ਗਿਆਨ ਵਿੱਚ ਨਹੀਂ ਜੋੜ ਸਕਦਾ ਤੇਰੀ ਕਿਰਪਾ ਤੋਂ ਬਿਨਾਂ। ਮੇਰੇ ਕੋਲ ਇੱਕ ਐਸੀ ਜੁਗਤ ਨਹੀਂ ਹੈ ਕਿ ਮੈਂ ਸੰਸਾਰ ਨੂੰ ਛੱਡ ਸਕਾਂ, ਇਸ ਤੋਂ ਛੁਟਕਾਰਾ ਪਾ ਸਕਾਂ ਤੇਰੀ ਕਿਰਪਾ ਤੋਂ ਬਿਨਾਂ। ਹੇ ਵਾਹਿਗੁਰੂ, ਤੇਰੇ ਹੱਥ ਦੇ ਵਿੱਚ ਹੀ ਸਾਰਾ ਕੁਝ ਹੈ ਤੇ ਤੂੰ ਹੀ ਆਪਣੀ ਤਾਕਤ, ਬਲ, ਪਾਵਰ ਨੂੰ ਆਪ ਹੀ ਵੇਖ ਸਕਦਾ, ਆਪ ਹੀ ਵਰਤਦਾ। ਤੇਰੇ ਕੋਲ ਤਾਕਤ ਹੈ ਤੇ ਤੂੰ ਹੀ ਉਸ ਨੂੰ ਵਰਤ ਸਕਦਾ। ਇਹ ਹੋ ਗਈ ਸ਼ੁਭ ਚਾਰਨਾ, ਮਤਲਬ ਉਹਦੇ ਨਾਮ ਦੇ ਗੀਤ ਗਾਉਣੇ, ਵਾਹਿਗੁਰੂ ਦੀ ਮਹਿਮਾ, ਉਸ ਦੀ ਵਡਿਆਈ ਕਰਨੀ, ਇਹਨੂੰ ਕਹਿੰਦੇ ਸ਼ੁਭ ਚਾਰਨਾ। ਠੀਕ ਹੈ, ਹੁਣ 33 ਪੌੜੀਜ਼ ਕੰਪਲੀਟ ਹੋ ਗਈਆਂ ਆਪਣੀਆਂ ਜਪਜੀ ਸਾਹਿਬ ਜੀ ਦੀਆਂ। ਤਾਂ ਅੱਗੇ ਆਪਾਂ ਅਗਲੇ ਪਾਰਟ ਦੇ ਵਿੱਚ 34 ਪੌੜੀ 34 ਦੇ ਅਰਥ ਉਚਾਰਨ ਤੇ ਵਿਸ਼ਰਾਮ ਪੜਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।